ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਦੀਵਾਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ। ਸੋ ਆਓ, ਸਮਾਂ ਹੋਇਆ ਹੈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦਾ। ਭੱਟ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਪਾਵਨ ਸਵਈਆਂ ਦੀ ਵਿਚਾਰ ਆਪਾਂ ਸਰਵਣ ਕਰ ਰਹੇ ਹਾਂ। ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੋਏ ਸਵਈਆਂ ਦੀ ਵਿਚਾਰ ਚੱਲ ਰਹੀ ਹੈ। ਹੁਣ ਤੱਕ ਆਪ ਜੀ ਜੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਸਿਫਤ ਵਿੱਚ ਸਵਈਏ ਉਚਾਰੇ ਹੈ, ਸੋ 34 ਸਵਈਆਂ ਦੀ ਵਿਚਾਰ ਸਰਵਣ ਕਰ ਚੁੱਕੇ ਹੋ। ਸੋ ਇੱਥੋਂ ਅੱਗੇ ਹੁਣ ਭੱਟ ਗਿਆੰਦ ਜੀ ਉਹਨਾਂ ਦੇ ਉਚਾਰਨ ਕੀਤੇ ਹੋਏ 8 ਸਵਈਏ ਆਉਣਗੇ। ਪਿਛੇ ਕੱਲ੍ਹ ਆਪਾਂ 5 ਸਵਈਏ ਭੱਟ ਗੰਗਾ ਜੀ ਦੇ ਉਚਾਰਨ ਕੀਤੇ ਹੋਏ ਸਰਵਣ ਕੀਤੇ ਹੈ। ਸੋ ਇਹਨਾਂ 8 ਸਵਈਆਂ ਦੇ ਵਿੱਚੋਂ ਜਿਹੜੇ ਅੱਜ ਆਉਣੇ ਹੈ, ਪਹਿਲੇ 5 ਸਵਈਆਂ ਦੀ ਚਾਲ ਵੱਖਰੀ ਹੈ, ਉਸ ਤੋਂ ਅਗਲੇ 3 ਸਵਈਆਂ ਦੀ ਚਾਲ ਵੱਖਰੀ ਹੈ। ਇਹਨਾਂ ਸਵਈਆਂ ਦੇ ਵਿੱਚ ਭੱਟ ਗਿਆੰਦ ਜੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਕਰਦਿਆਂ ਹੋਇਆਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸਾਰੇ ਰੂਪਾਂ ਦੇ ਵਿੱਚ ਵੇਖਦੇ। ਸੱਚੇ ਪਾਤਸ਼ਾਹ ਜੀ ਸਭ ਪਾਸੇ ਤੁਸੀਂ ਹੋ, ਤੁਸੀਂ ਹੀ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਕੋਈ ਨਹੀਂ, ਹਰ ਥਾਂ 'ਤੇ ਤੁਸੀਂ ਹੋ। ਜਿਵੇਂ ਭਾਈ ਨੰਦ ਲਾਲ ਜੀ ਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਵੇਖਿਆ, ਰੂਹ ਹਰਦਰ ਜਿਸ਼ਮ ਗੁਰੂ ਗੋਬਿੰਦ ਸਿੰਘ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ। ਭਾਈ ਨੰਦ ਲਾਲ ਜੀ ਕਹਿੰਦੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਰੂਹ ਬਣ ਕਰਕੇ ਸਾਰਿਆਂ ਦੇ ਵਿੱਚ ਸਮਾਏ ਹੈ। ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਅੱਖਾਂ ਦੇ ਵਿੱਚ ਨੂਰ ਬਣ ਕੇ ਸਤਿਗੁਰੂ ਜੀ ਸਮਾਏ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਇੱਕ ਬਹੁਤ ਉੱਚੀ ਪਰਮ ਅਵਸਥਾ ਹੈ, ਜਿੱਥੇ ਜਾ ਕਰ ਕੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਨ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਵੀ ਸਾਰੇ ਪਾਸੇ ਗੋਬਿੰਦ ਹੀ ਗੋਬਿੰਦ, ਪਰਮਾਤਮਾ ਹੀ ਪਰਮਾਤਮਾ ਹੈ, ਉਹਦੇ ਤੋਂ ਬਿਨਾਂ ਕੁਛ ਹੈ ਹੀ ਨਹੀਂ। ਅਤੇ ਉਹ ਪਰਮਾਤਮਾ ਕਿਸੇ ਰੂਪ ਦੇ ਵਿੱਚ ਹੋਵੇ ਹੈ ਉਹੀ। ਜਿਵੇਂ ਇੱਕ ਧਾਗਾ ਹੁੰਦਾ ਮਾਲਾ ਦੇ ਵਿੱਚ, ਮੋਤੀ ਸੈਂਕੜੇ ਹਜ਼ਾਰਾਂ, ਧਾਗਾ ਇੱਕੋ ਹੀ ਹੈ। ਭਾਈ ਕਨ੍ਹਈਆ ਜੀ ਨੂੰ ਅਸੀਂ ਵੇਖਦੇ ਹਾਂ, ਆਪ ਜਿੱਥੇ ਜੰਗ ਦੇ ਵਿੱਚ ਜਲ ਦੀ ਸੇਵਾ ਕਰਦੇ ਆ, ਦੁਸ਼ਮਣ ਨੂੰ ਵੀ ਪਾਣੀ ਪਿਆਉਂਦੇ ਆ, ਪੁੱਛਣ 'ਤੇ ਦੱਸਦੇ ਆ ਮਹਾਰਾਜ ਮੈਂ ਤਾਂ ਤੁਹਾਨੂੰ ਹੀ ਜਲ ਛਕਾਉਣਾ, ਤੁਹਾਡੇ ਤੋਂ ਬਿਨਾਂ ਤਾਂ ਕੋਈ ਹੈ ਹੀ ਨਹੀਂ। ਕਲਗੀਧਰ ਜੀ ਖੁਸ਼ ਹੋ ਜਾਂਦੇ ਆ, ਆ ਲਓ ਮਲਮ ਪੱਟੀ, ਜ਼ਖਮਾਂ 'ਤੇ ਮਲਮ ਪੱਟੀ ਵੀ ਕਰ ਦਿਆ ਕਰੋ। ਸੋ ਇਹ ਜਿਹੜੇ ਸਵਈਏ ਆ ਰਹੇ ਹੈ, ਜਿਨ੍ਹਾਂ ਦੀ ਆਪਾਂ ਅੱਜ ਵਿਚਾਰ ਕਰਨੀ ਹੈ। ਭੱਟ ਗਿਆੰਦ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਹਿੰਦੇ ਮਹਾਰਾਜ ਸਭ ਰੂਪਾਂ ਵਿੱਚ ਤੁਸੀਂ ਹੀ ਹੋ, ਜਿੰਨੇ ਅਵਤਾਰ ਹੋਏ ਤੁਸੀਂ ਹੀ ਹੋ,
ਕ੍ਰਿਸ਼ਨ ਵੀ ਤੁਸੀਂ, ਵਿਸ਼ਨ ਵੀ ਤੁਸੀਂ, ਸਭ ਤੁਸੀਂ ਹੀ ਤੁਸੀਂ ਹੋ, ਕਿਉਂਕਿ ਤੁਸੀਂ ਪਰਮੇਸ਼ਰ ਦਾ ਸਰੂਪ ਹੋ ਨਾ। ਸਾਰਿਆਂ ਵਿੱਚ ਤੁਹਾਡੀ ਤਾਂ ਚੇਤਨ ਸੱਤਾ ਹੈ। ਤੁਸੀਂ ਹੀ ਮਹਾਰਾਜ ਵਰਤ ਰਹੇ ਹੋ ਸਾਰਿਆਂ ਦੇ ਵਿੱਚ। ਸੋ ਸਤਿਗੁਰੂ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਸਿਫਤ ਕਰਦੇ ਨੇ ਭੱਟ ਸਾਹਿਬਾਨ। ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਪਾਵਨ ਗੁਰੂ ਕੀ ਅੰਮ੍ਰਿਤ ਬਾਣੀ ਦਾ ਉਪਦੇਸ਼ ਸਰਵਣ ਕਰੀਏ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਵਾਹਿ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਸੋ ਇਸ ਥਾਂ 'ਤੇ ਭੱਟਾਂ ਦੀ ਰਸਨਾ ਤੋਂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਗੁਰਮੰਤਰ ਨੂੰ ਪ੍ਰਗਟ ਕੀਤਾ ਹੈ। ਵਾਹਿਗੁਰੂ 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 ਵਾਹਿ ਜੀਓ। ਵਾਹਿ ਨਾਮ ਹੁੰਦਾ ਅਸਚਰਜ ਦਾ, ਬਿਸਮਾਦ, ਹੈਰਾਨ ਕੁਨ। ਗੁਰੂ ਨਾਮ, ਗੋ ਨਾਮ ਹਨੇਰੇ ਦਾ, ਰੂ ਨਾਮ ਪ੍ਰਕਾਸ਼ ਕਰਨ ਦਾ। ਜੋ ਅਸਚਰਜ ਰੂਪ ਹੈ ਅਤੇ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ, ਐਸਾ ਸਰੂਪ ਹੈ ਵਾਹਿਗੁਰੂ ਪਰਮਾਤਮਾ ਦਾ। ਐਸਾ ਸਮਰੱਥ ਹੈ। ਭਾਈ ਗੁਰਦਾਸ ਜੀ ਨੇ ਵੀ ਗਵਾਹੀ ਦਿੱਤੀ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਹੈ ਗੁਰੂ ਦਾ, ਸਤਿਗੁਰੂ ਦਾ ਬਖਸ਼ਿਆ ਹੋਇਆ। ਜਿਹੜਾ ਵੀ ਗੁਰੂ ਕਾ ਸਿੱਖ ਭਾਵਨਾ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ ਹੈ, ਉਹਦੇ ਅੰਦਰੋਂ ਹਉਮੈ ਮੁੱਕ ਜਾਂਦੀ ਹੈ। ਨਿਮਰਤਾ ਦਾ ਗੁਣ ਉਹਦੇ ਹਿਰਦੇ ਦੇ ਵਿੱਚ ਟਿਕ ਜਾਂਦਾ ਹੈ। ਜਪਦਿਆਂ ਜਪਦਿਆਂ ਉਹ ਨਿਮਰਤਾ ਵਾਲਾ ਬਣ ਜਾਂਦਾ, ਹੰਕਾਰ ਦੂਰ ਹੋ ਜਾਂਦਾ ਹੈ। ਸੋ ਵਾਹਿਗੁਰੂ ਗੁਰਮੰਤਰ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਹੈ। ਕਲਗੀਧਰ ਮਹਾਰਾਜ ਜੀ ਵੀ ਜਦੋਂ ਬਾਣੀ ਉਚਾਰਦੇ ਹੈ, ਵਾਹਿਗੁਰੂ ਜੀ ਕੀ ਫਤਿਹ ਆਪ ਉਚਾਰਦੇ ਹੈ। ਪਰਮਾਤਮਾ ਦਾ ਨਾਮ ਹੈ। ਮੇਰੇ ਸਤਿਗੁਰੂ ਨੇ ਤਾਂ ਕਿੱਡੀ ਵੱਡੀ ਮਿਹਰਮਤ ਕੀਤੀ ਹੈ। ਗੁਰਸਿੱਖ ਜਦੋਂ ਗੁਰਸਿੱਖ ਨੂੰ ਮਿਲਦਾ ਹੈ ਤਾਂ ਫਤਿਹ ਦੀ ਸਾਂਝ ਪਾਉਂਦਾ ਹੈ। ਰਹਿਤਨਾਮਿਆਂ ਦੇ ਬਚਨ ਹਨ, ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਸੋ ਗੁਰੂ ਕੇ ਸਿੱਖ ਗੁਰੂ ਕੇ ਸਿੱਖ ਨੂੰ ਜਦੋਂ ਮਿਲਦੇ ਹੈ ਤਾਂ ਫਤਿਹ ਬੁਲਾਉਂਦੇ ਹੈ ਗੁਰੂ ਦੀ ਬਖਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਇਹ ਵੀ ਵਾਹਿਗੁਰੂ ਦਾ ਹੈ ਅਤੇ ਫਤਿਹ ਵੀ ਵਾਹਿਗੁਰੂ ਦੀ ਹੈ। ਦੋ ਵਾਰਾਂ ਪਰਮਾਤਮਾ ਦਾ ਨਾਮ ਲਿਆ ਜਾਂਦਾ ਵਾਹਿਗੁਰੂ ਜੀ ਦਾ ਫਤਿਹ ਬੁਲਾਉਣ ਦੇ ਵਿੱਚ। ਕਿੱਡੀ ਵੱਡੀ ਰਹਿਮਤ ਹੈ, ਕਿਉਂਕਿ ਇਹ ਦੇਖੋ ਸਿਧਾਂਤ ਬੜਾ ਨਵੇਕਲਾ ਹੈ ਸਿੱਖੀ ਦਾ, ਮੇਰੇ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਆ। ਭਾਵੇਂ ਕਿ ਅੱਜ ਅਸੀਂ ਕਿਸੇ, ਦੇਖੋ ਅਸੀਂ ਭਾਸ਼ਾ ਦੇ ਵਿਰੋਧ ਵਿੱਚ ਨਹੀਂ, ਅਸੀਂ ਪੱਛਮੀ ਮੁਲਕਾਂ ਦੀ ਰੀਸ ਕਰਦੇ ਹਾਂ। ਗੁੱਡ ਮਾਰਨਿੰਗ 'ਤੇ ਆ ਗਏ, ਪਰ ਅਸੀਂ ਕਿਸੇ ਦੇ ਅੰਦਰ ਨੂੰ ਥੋੜ੍ਹੀ ਪੜ੍ਹ ਸਕਦੇ ਹਾਂ। ਮੰਨ ਲਓ ਰਸਤੇ ਵਿੱਚ ਜਾਂਦਾ ਤੁਹਾਨੂੰ ਕੋਈ ਬੰਦਾ ਐਸਾ ਮਿਲ ਜਾਂਦਾ ਹੈ, ਉਹਨੂੰ ਤੁਸੀਂ ਫਤਿਹ ਬੁਲਾਓ, ਉਹ ਫਤਿਹ ਬੁਲਾਏਗਾ। ਕੋਈ ਜੇ ਐਸਾ ਮਿਲ ਜਾਂਦਾ ਹੈ ਜਿਹਦੇ ਘਰ ਵਿੱਚ ਮੌਤ ਹੋਈ ਹੋਵੇ, ਤੜਕੇ ਤੁਹਾਨੂੰ ਉਹ ਮਿਲੇ, ਤੁਸੀਂ ਉਹਨੂੰ ਗੁੱਡ ਮਾਰਨਿੰਗ ਕਹੋਗੇ, ਉਹਦੀ ਕਾਹਦੀ ਗੁੱਡ ਮਾਰਨਿੰਗ ਹੈ? ਉਹਦੇ ਘਰ ਦੇ ਵਿੱਚ ਤਾਂ ਮੌਤ ਹੋਈ ਪਈ ਹੈ। ਫਤਿਹ ਬੁਲਾਓ, ਉਹ ਅੱਗੋਂ ਫਤਿਹ ਬੁਲਾਵੇਗਾ, ਪਰਮਾਤਮਾ ਦਾ ਨਾਮ ਜਪਿਆ ਜਾਏਗਾ, ਫਿਰ ਸੁੱਖ ਸਾਂਦ ਹਾਲ ਚਾਲ ਪੁੱਛਿਆ ਜਾਵੇ। ਇਸ ਲਈ ਬੜਾ ਵੱਡਾ ਮਹਾਰਾਜ ਨੇ ਇਹ ਸਿਧਾਂਤ ਸਾਨੂੰ ਦਿੱਤਾ। ਵਾਹਿਗੁਰੂ ਗੁਰਮੰਤਰ ਹੈ। ਬਾਣੀ ਵਿੱਚ ਸਤਿਗੁਰੂ ਨੇ ਅਨੇਕ ਥਾਵਾਂ 'ਤੇ ਅਲੋਪ ਹੀ ਰੱਖਿਆ। ਜਿਵੇਂ ਗੂਜਰੀ ਕੀ ਵਾਰ ਅਸੀਂ ਪੜ੍ਹਦੇ ਹਾਂ, ਉੱਥੇ ਸਤਿਗੁਰੂ ਨੇ ਸਲੋਕਾਂ ਵਿੱਚ ਬਹੁਤ ਵਾਰਾਂ ਉਚਾਰਿਆ, ਸੌਂਦੇ ਵਾਹੋ ਵਾਹੋ ਉਚਰਹਿ, ਉੱਠਦੇ ਭੀ ਵਾਹੋ ਕਰੇਨ। ਵਾਹੋ ਵਾਹੋ ਦਾ ਉੱਥੇ ਅਰਥ ਵਾਹਿਗੁਰੂ ਹੈ, ਵੀ ਸੌਂਦਿਆਂ ਵੀ ਅਸਚਰਜ ਰੂਪ ਪਰਮਾਤਮਾ ਦਾ ਵਾਹਿਗੁਰੂ ਨਾਮ ਜਪਦੇ ਆ, ਉੱਠਦਿਆਂ ਵੀ।
ਸੋ ਇਸ ਮੰਤਰ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਔਰ ਵਾਹਿਗੁਰੂ ਗੁਰੂ ਮੰਤਰ ਦੇ ਵਿੱਚ ਇਹ ਚਾਰੇ ਹੀ ਨਾਵਾਂ ਦਾ ਬੀਜ ਆ ਜਾਂਦਾ ਹੈ। ਵਾਸਦੇਵ, ਹਰੀ, ਗੋਬਿੰਦ ਤੇ ਰਾਮ। 36 ਜੁਗ ਕੀਓ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। ਜਦੋਂ 36 ਯੁੱਗ ਗੁਬਾਰ ਹੀ ਗੁਬਾਰ ਸੀ ਤਾਂ ਸਿਰਜਣਹਾਰ ਅਕਾਲ ਪੁਰਖ ਪਰਮਾਤਮਾ ਮਾਇਆ ਸਬਲ ਹੋ ਕਰਕੇ ਬੈਠਾ ਹੋਇਆ ਸੀ। ਫਿਰ 9 ਯੁੱਗ ਇੱਕ ਇੱਕ ਅੱਖਰ ਦਾ ਜਾਪ ਕੀਤਾ। 36 ਯੁੱਗ ਇਹ ਜਾਪ ਕਰਕੇ ਵਾਹਿਗੁਰੂ ਗੁਰਮੰਤਰ ਗੁਰੂ ਨਾਨਕ ਰੂਪ ਦੇ ਵਿੱਚ ਪ੍ਰਗਟ ਹੋ ਕੇ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਖਸ਼ਿਆ ਹੈ। ਅੱਜ ਵੀ 5 ਪਿਆਰੇ ਸਾਹਿਬਾਨ ਜਦੋਂ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਦੇ ਹੈ ਤਾਂ ਗੁਰਮੰਤਰ ਵਾਹਿਗੁਰੂ ਦ੍ਰਿੜ ਕਰਵਾਉਂਦੇ ਹੈ, ਮੂਲ ਮੰਤਰ ਦ੍ਰਿੜ ਕਰਵਾਉਂਦੇ ਹੈ। ਸੋ ਇਸ ਪ੍ਰਕਾਰ ਭੱਟ ਸਾਹਿਬਾਨਾਂ ਦੀ ਰਸਨਾ ਤੋਂ ਮੇਰੇ ਸਤਿਗੁਰੂ ਨੇ ਇੱਥੇ ਪ੍ਰਗਟ ਕਰ ਦਿੱਤਾ ਹੈ। ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਪਰਮਾਤਮਾ ਵਾਹਿਗੁਰੂ ਪਹਿਲਾਂ ਵੀ ਵਾਹਿ ਅਸਚਰਜ ਰੂਪ ਸੀ, ਵਾਹਿਗੁਰੂ ਹੁਣ ਵੀ ਅਸਚਰਜ ਰੂਪ ਹੈ, ਵਾਹਿਗੁਰੂ ਅੱਗੇ ਵੀ ਅਸਚਰਜ ਰੂਪ ਹੋਵੇਗਾ। ਅਥਵਾ ਵਾਹਿ ਦਾ ਅਰਥ ਵਿਦਵਾਨਾਂ ਧਨਤਾ ਯੋਗ ਕੀਤਾ ਹੈ। ਵਾਹਿਗੁਰੂ ਪਹਿਲਾਂ ਵੀ ਧਨਤਾ ਯੋਗ ਸੀ, ਧਨ ਸੀ। ਹੁਣ ਵੀ ਵਾਹਿਗੁਰੂ ਪਰਮਾਤਮਾ ਉਹਦਾ ਇਹ ਨਾਮ ਧਨਤਾ ਯੋਗ ਹੈ। ਅੱਗੇ ਵੀ ਵਾਹਿਗੁਰੂ ਪਰਮਾਤਮਾ ਦਾ ਨਾਮ ਧਨਤਾ ਯੋਗ ਹੋਵੇਗਾ। ਕਵਲ ਨੈਣ ਮਦਰ ਬੈਨ ਕੋਟ ਸੈਨ ਸੰਗ ਸੋਭ ਕਰਤ ਮਾਨ ਸੋਧ ਜਿਸੈ ਦਹੀਂ ਪਾਤ ਖਾਹੇ ਜੀਓ। ਕਰਤ ਨਹੀਂ ਕਹਿਤ ਹੈ, ਕਹਿਤ ਮਾਂ ਜਸੋਧ ਜਿਸ ਹੈ ਦਹੀ ਭਾਤ ਖਾਹੇ ਜੀਓ। ਸੋ ਭੱਟ ਗਯੰਦ ਜੀ ਕਿਰਪਾ ਕਰਦੇ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਰੇ ਰੂਪ ਤੁਸਾਂ ਹੀ ਧਾਰਨ ਕੀਤੇ ਹੈ, ਤੁਸੀਂ ਹੀ ਹੋ ਸਾਰਿਆਂ ਦੇ ਵਿੱਚ। ਕਵਲ ਨੈਣ, ਜਿਸ ਆਪ ਜੀ ਦੇ ਨੇਤਰ ਕਵਲ ਫੁੱਲ ਵਰਗੇ ਕੋਮਲ ਨੇ, ਕਵਲ ਫੁੱਲ ਦੀਆਂ ਪੰਖੜੀਆਂ ਵਰਗੇ ਖਿੜੇ ਹੋਏ ਹਨ। ਮਧੁਰ ਬੈਨ, ਜਿਸ ਦੇ ਬੋਲ ਬੜੇ ਮਿੱਠੇ ਨੇ, ਪਿਆਰੇ ਹਨ। ਕੋਟ ਸੈਨ ਸੰਗ ਸੋਭ, ਜਿਸ ਦੇ ਨਾਲ ਕਰੋੜਾਂ ਹੀ ਯਾਦਵਾਂ ਦੀ ਸੈਨਾ ਸ਼ੋਭਦੀ ਹੈ, ਸ਼ੋਭਾ ਪਾਉਂਦੀ ਹੈ। ਕਹਿਤ ਮਾਂ ਜਸੋਧ ਜਿਸ ਹੈ, ਤੇ ਮਾਤਾ ਜਸੋਧਾ ਜੀ ਜਿਸ ਨੂੰ ਕਹਿੰਦੇ ਹੈ। ਦਹੀਂ ਭਾਤ ਖਾਹੇ ਜੀਓ, ਹੇ ਲਾਲ ਜੀਓ ਦਹੀਂ ਤੇ ਭਾਤ ਚੌਲ, ਦਹੀਂ ਚੌਲ ਆ ਕੇ ਖਾਵੋ, ਅਥਵਾ ਚੌਲਾਂ ਦਾ ਭੱਤ ਦਹੀਂ ਦੇ ਨਾਲ ਖਾ ਲਵੋ। ਸੋ ਕ੍ਰਿਸ਼ਨ ਰੂਪ ਵੀ ਤੁਸੀਂ ਹੀ ਹੋ ਮੇਰੇ ਸਤਿਗੁਰੂ। ਆਪ ਜੀ ਦੇ ਚਰਨਾਂ 'ਤੇ ਸਿਜਦਾ ਕਰਦਾ, ਮੱਥਾ ਟੇਕਦਾ ਧੰਨ ਗੁਰੂ ਰਾਮਦਾਸ ਮਹਾਰਾਜ। ਕ੍ਰਿਸ਼ਨ ਰੂਪ ਵੀ ਤੁਸੀਂ ਹੋ, ਤੁਸੀਂ ਹੀ ਮਿਹਰਾਮਤ ਕਰਨ ਵਾਲੇ ਹੋ, ਬਖਸ਼ਿਸ਼ਾਂ ਕਰਨ ਵਾਲੇ ਹੋ। ਤੁਹਾਨੂੰ ਨਮਸਕਾਰ ਕਰ ਲਈ, ਸਾਰਿਆਂ ਨੂੰ ਨਮਸਕਾਰ ਹੋ ਗਈ। ਜਿੰਨੇ ਅਵਤਾਰ, ਜਿੰਨੇ ਪੁਰਸ਼, ਸਾਰਿਆਂ ਨੂੰ ਮੱਥਾ ਟੇਕਿਆ ਗਿਆ। ਸੋ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਧ ਜਿਸਹਿ ਦਹੀਂ ਭਾਤ ਖਾਹੇ ਜੀਓ। ਜਿਸ ਸ੍ਰੀ ਕ੍ਰਿਸ਼ਨ ਜੀ ਨੂੰ ਮਾਤਾ ਜਸੋਧਾ ਕਹਿੰਦੇ ਵੀ ਆਓ ਲਾਲ ਜੀ ਦਹੀਂ ਭਾਤ, ਦਹੀਂ ਚੌਲ ਖਾ ਲਵੋ, ਜਿਨ੍ਹਾਂ ਦੇ ਨਾਲ ਕਰੋੜਾਂ ਸੈਨਾ ਸੋਭਦੀ ਹੈ, ਮਿੱਠੇ ਬੋਲ ਨੇ, ਕਵਲ ਵਰਗੇ ਨੇਤਰ ਹਨ। ਦੇਖ ਰੂਪ ਅਤਨੂਪ ਮਹਾਮੋਹ ਮਗ, ਭਈ ਕਿੰਕਣੀ ਸ਼ਬਦ ਚਣਤਕਾਰ ਖੀਲ ਪਾਹੇ ਜੀਓ। ਸ਼ੁੱਧ ਉਚਾਰਨ ਇਸ ਤਰ੍ਹਾਂ ਹੈ। ਦੇਖ ਰੂਪ ਅਤ ਅਨੂਪ, ਮੋਹ ਮਹਾ ਮਗ ਭਈ, ਕਿੰਕਣੀ ਸ਼ਬਦ ਚਨਤਕਾਰ ਖੇਲ ਪਾਹੇ ਜੀਓ। ਖੇਲ ਪਾਹੇ ਜੀਓ। ਜਿਸ ਵੇਲੇ ਸ੍ਰੀ ਕ੍ਰਿਸ਼ਨ ਜੀ ਖੇਡਦੇ ਹੈ, ਖੇਡ ਪਾਉਂਦੇ ਹੈ, ਤਾਂ ਲੱਕ ਦੇ ਨਾਲ ਬੰਨੀ ਹੋਈ ਕਿੰਕਣੀ ਜਿਹੜੀ ਤੜਾਗੀ ਹੈ, ਉਹਦੀ ਝਨਤਕਾਰ ਛਣ ਛਣ ਕਰਦੀ ਆਵਾਜ਼ ਆਉਂਦੀ ਹੈ। ਔਰ ਸ੍ਰੀ ਕ੍ਰਿਸ਼ਨ ਜੀ ਦੇ
ਉਪਮਾ ਤੋਂ ਰਹਿਤ ਬਹੁਤ ਹੀ ਸੋਹਣੇ ਰੂਪ ਨੂੰ ਵੇਖ ਕੇ ਮੋਹ ਮਹਾ ਮਗ ਭਈ ਮਾਤਾ ਜਸੋਦਾ ਜੀ ਬਹੁਤ ਹੀ ਜ਼ਿਆਦਾ ਮੋਹ ਦੇ ਵਿੱਚ ਮਗਨ ਹੋ ਜਾਂਦੇ ਹੈ, ਮਸਤ ਹੋ ਜਾਂਦੇ ਹੈ। ਕਾਲ ਕਲਮ ਹਾਕਮ ਹਾਥ ਕਹੋ ਕੌਣ ਮੇਟ ਸਕੈ ਈਸ ਬ੍ਰਹਮ ਗਿਆਨ ਧਿਆਨ ਤਰਤ ਹੀ ਚਾਹੇ ਜੀਓ। ਕਾਲ ਕਲਮ ਹੁਕਮ ਹਾਥ, ਹੇ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹੱਥ ਦੇ ਵਿੱਚ ਕਾਲ ਰੂਪੀ ਕਲਮ ਹੈ ਔਰ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਵੀ ਆਪ ਦੇ ਅਧੀਨ ਹੈ, ਹੁਕਮ ਕਰਨ ਵਾਲੇ ਵੀ ਆਪ ਹੀ ਹੋ। ਕਾਲ ਕਲਮ ਹੁਕਮ ਹਾਥ, ਅਥਵਾ ਕਾਲ ਦਾ ਅਰਥ ਅਕਾਲ ਵੀ ਕੀਤਾ ਹੈ। ਐੜਾ ਵਿੱਚ ਲੁਪਤ ਹੈ, ਜਿਵੇਂ ਬਾਣੀ ਵਿੱਚ ਸ਼ਬਦ ਆਉਂਦਾ ਨਾ, ਅਪਰਾਧ ਦੀ ਥਾਂ 'ਤੇ ਪਰਾਧ ਵੀ, ਉਥੇ ਅਰਥ ਅਪਰਾਧ ਹੀ ਹੈ। ਇਸੇ ਤਰ੍ਹਾਂ ਕਾਲ ਕਲਮ ਹੁਕਮ ਹਾਥ, ਇਹ ਅਕਾਲ ਪੁਰਖ ਆਪ ਜੀ ਦੇ ਹੱਥ ਦੇ ਵਿੱਚ ਹੁਕਮ ਰੂਪੀ ਕਲਮ ਹੈ, ਅਥਵਾ ਹਾਥ ਤੋਂ ਭਾਵ ਅਧੀਨ। ਸੱਚੇ ਪਾਤਸ਼ਾਹ ਕਾਲ ਤੇ ਹੁਕਮ ਰੂਪੀ ਕਲਮ ਤੁਹਾਡੇ ਅਧੀਨ ਹੈ। ਕਹੋ ਕੌਣ ਮੇਟ ਸਕੈ, ਦੱਸੋ ਖਾਂ ਕੌਣ ਹੈ ਜਿਹੜਾ ਤੁਹਾਡੇ ਹੁਕਮ ਨੂੰ ਮੇਟ ਸਕੇ। ਕੋਈ ਨਹੀਂ ਤੁਹਾਡੇ ਹੁਕਮ ਨੂੰ ਮੇਟ ਸਕਦਾ, ਤੁਹਾਡੇ ਹੁਕਮ ਨੂੰ ਕੋਈ ਨਹੀਂ ਮੋੜ ਸਕਦਾ। ਈਸ ਬ੍ਰਹਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਓ। ਈਸ ਸ਼ਿਵ ਜੀ ਤੇ ਬ੍ਰਹਮ ਬ੍ਰਹਮਾ, ਸ਼ਿਵ ਜੀ ਤੇ ਬ੍ਰਹਮਾ ਆਪ ਜੀ ਦੇ ਗਿਆਨ ਧਿਆਨ ਨੂੰ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੁੰਦੇ ਹਨ। ਐਸਾ ਸਰੂਪ ਹੈ ਗੁਰੂ ਰਾਮਦਾਸ ਮਹਾਰਾਜ ਆਪ ਜੀ ਦਾ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਆਪ ਜੀ ਸਤ ਸਵਰੂਪ ਹੋ, ਆਪ ਜੀ ਸਦਾ ਹੀ ਟਿਕੇ ਰਹਿਣ ਵਾਲੇ ਹੋ। ਸ੍ਰੀ ਨਿਵਾਸ, ਮਾਇਆ ਨੂੰ ਆਪਣੇ ਚਰਨਾਂ ਵਿੱਚ ਧੰਨ ਗੁਰੂ ਰਾਮਦਾਸ ਜੀ ਤੁਸੀਂ ਨਿਵਾਸ ਬਖਸ਼ਣ ਵਾਲੇ ਹੋ। ਆਦਿ ਪੁਰਖ ਪਰਮਾਤਮਾ ਦਾ ਸਵਰੂਪ ਹੋ, ਆਦਿ ਪੁਰਖ ਹੋ ਤੁਸੀਂ, ਸਦਾ ਵਿਆਪਕ ਹੋ। ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਪਹਿਲਾਂ ਵੀ ਧੰਤਾ ਯੋਗ ਸੀ, ਵਾਹਿਗੁਰੂ ਹੁਣ ਵੀ ਧੰਤਾ ਯੋਗ ਹੈ, ਵਾਹਿਗੁਰੂ ਅੱਗੇ ਵੀ ਧੰਤਾ ਧੰਨ ਹੋਵੇਗਾ, ਧੰਤਾ ਯੋਗ ਹੋਵੇਗਾ। ਅਥਵਾ ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਪਹਿਲਾਂ ਵੀ ਅਸਚਰਜ ਰੂਪ ਸੀ, ਹੁਣ ਵੀ ਤੇ ਅੱਗੇ ਵੀ ਅਸਚਰਜ ਰੂਪ ਹੋਵੇਗਾ। ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਕਾਰ। ਰਾਮ ਨਾਮ ਪਰਮ ਧਾਮ, ਸਤਿਗੁਰੂ ਪਾਤਸ਼ਾਹ ਜੀ ਆਪ ਹੀ ਰਾਮ ਨਾਮ ਵਾਲੇ ਪ੍ਰਸਿੱਧ ਹੋ। ਪਰਮ ਧਾਮ, ਪਰਮ ਵੱਡੇ ਉੱਚੇ ਧਾਮ, ਘਰ ਟਿਕਾਣੇ ਵਾਲੇ ਹੋ। ਸੱਚੇ ਪਾਤਸ਼ਾਹ ਆਪ ਹੀ ਉੱਚੇ ਘਰ ਟਿਕਾਣੇ ਵਾਲੇ ਹੋ। ਸੁੱਧ ਬੁੱਧ, ਆਪ ਹੀ ਸੂਝ ਬੂਝ ਵਾਲੇ ਹੋ ਗੁਰੂ ਰਾਮਦਾਸ ਜੀ। ਨਿਰੀਕਾਰ, ਤੇ ਆਪ ਹੀ ਆਕਾਰ ਤੋਂ ਰਹਿਤ ਹੋ। ਬੇਸ਼ੁਮਾਰ ਸਰਬ ਕੋ ਕਾਹੇ ਜੀਓ। ਬੇਸ਼ੁਮਾਰ ਮਹਾਰਾਜ ਆਪ ਦੇ ਗੁਣ ਗਿਣੇ ਨਹੀਂ ਜਾ ਸਕਦੇ। ਗਿਣਤੀ ਤੋਂ ਰਹਿਤ ਆਪ ਹੋ, ਆਪ ਦੇ ਗੁਣ ਵੀ ਗਿਣਤੀ ਤੋਂ ਰਹਿਤ ਹਨ। ਸਰਬਰ ਕਉ ਕਾਹੇ ਜੀਓ, ਤੇ ਕੌਣ ਹੈ ਐਸਾ ਜਿਹੜਾ ਆਪ ਦੀ ਸਰਬਰ ਬਰਾਬਰੀ ਕਰ ਸਕਦਾ ਹੋਵੇ। ਕੋਈ ਵੀ ਤੁਹਾਡੀ ਬਰਾਬਰੀ ਨਹੀਂ ਕਰ ਸਕਦਾ। ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਬਰਾਬਰੀ ਕਰਨ ਨੂੰ ਸਮਰੱਥ ਨਹੀਂ। ਤੁਸੀਂ ਸਭ ਤੋਂ ਉੱਚੇ, ਸਭ ਤੋਂ ਸੁੱਚੇ, ਸਭ ਤੋਂ ਵੱਡੇ ਹੋ। ਸੁਥਰ ਚਿੱਤ ਭਗਤ ਹਿਤ ਭੇਖ ਧਰਿਓ। ਸੁਥਰ ਚਿੱਤ, ਸੱਚੇ ਪਾਤਸ਼ਾਹ ਜੀ ਆਪ ਅਡੋਲ ਚਿੱਤ ਵਾਲੇ ਹੋ, ਅਥਵਾ ਮਹਾਰਾਜ ਸੁਥਰ ਚਿੱਤ ਆਪ ਜੀ ਸਾਫ਼ ਦਿਲ ਵਾਲੇ ਹੋ। ਭਗਤ ਹਿਤ ਭੇਖ ਧਰਿਓ, ਭਗਤ ਪ੍ਰਹਿਲਾਦ ਦੀ ਰੱਖਿਆ ਵਾਸਤੇ ਹੀ ਆਪ ਜੀ ਨੇ ਨਰਸਿੰਘ ਰੂਪ ਧਾਰਿਆ, ਇਹ ਭੇਖ ਧਾਰਿਆ। ਅਥਵਾ ਸੁਥਰ ਚਿੱਤ ਭਗਤ ਹਿਤ ਭੇਖ ਧਰਿਓ, ਜੋ ਸਾਫ਼ ਦਿਲ ਵਾਲਾ ਭਗਤ ਪ੍ਰਹਿਲਾਦ ਹੈ, ਉਹਦੇ ਵਾਸਤੇ ਮਹਾਰਾਜ ਆਪ ਜੀ ਨੇ ਨਰਸਿੰਘ ਭੇਖ ਧਾਰਿਆ, ਐਸਾ ਸਵਰੂਪ ਧਾਰਿਆ। ਹਰ ਨਾਕਸ਼ ਹਰਿਓ ਨਕ ਵਿਦਾਰ ਜੀਓ। ਆਪ ਜੀ ਨੇ ਹੀ ਹਰਨਾਕਸ਼ ਨੂੰ ਆਪਣੇ ਨਹੁੰਆਂ ਦੇ ਨਾਲ ਬਿਦਾਰ ਚੀਰ ਕੇ ਮਾਰ ਦਿੱਤਾ।
ਭਗਤ ਪ੍ਰਹਿਲਾਦ ਦੀ ਆਪ ਜੀ ਨੇ ਰੱਖਿਆ ਕੀਤੀ। ਮਹਾਰਾਜ ਆਪ ਹੀ ਨਰਸਿੰਘ ਰੂਪ ਹੋਏ ਹੋ। ਸੰਖ ਚਕਰ ਗਦਾ ਪਦਮ ਆਪ ਆਪ ਕੀਓ। ਛਦਮ ਸੰਖ ਚੱਕਰ ਗਦਾ ਪਦਮ। ਸੰਖ ਚੱਕਰ ਗਦਾ ਤੇ ਪਦਮ ਇਹ ਨਿਸ਼ਾਨੀਆਂ ਵਿਸ਼ਨੂੰ ਦੀਆਂ ਨੇ। ਸੱਚੇ ਪਾਤਸ਼ਾਹ ਜੀ ਇਹ ਨਿਸ਼ਾਨੀਆਂ ਤੁਹਾਡੀਆਂ ਹੀ ਨੇ, ਉਹ ਵੀ ਤੁਸੀਂ ਹੋ। ਸੰਖ ਚੱਕਰ ਗਦਾ ਪਦਮ, ਸੰਖ ਜਿਹੜਾ, ਚੱਕਰ ਫਿਰ ਤੇ ਗਦਾ ਤੇ ਪਦਮ ਇਹ ਨਿਸ਼ਾਨੀਆਂ ਤੁਹਾਡੀਆਂ ਨੇ। ਆਪ ਆਪ ਕੀਓ ਛਦਮ। ਹੁਣ ਇਸ ਵੇਲੇ ਗੁਰੂ ਅਵਤਾਰ ਹੋਣ ਕਰਕੇ ਆਪ ਨੇ ਆਪਣੇ ਆਪ ਵਿੱਚ ਇਹ ਚਿੰਨ੍ਹ ਜਿਹੜੇ ਨੇ ਛਦਮ ਛੁਪਾਉਣਾ ਕੀਤੇ ਹੈ, ਲੁਕਾਉਣਾ ਕੀਤੇ ਹੈ। ਅਪਰੰਪਰ ਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ। ਅਪਰੰਪਰ ਹੋ ਆਪ ਜੀ, ਪਰਾਰੂਪ ਹੋ ਸੰਸਾਰ ਤੋਂ। ਹੇ ਪਾਰ ਬ੍ਰਹਮ ਪਰਮੇਸ਼ਰ ਰੂਪ ਹੋ ਗੁਰੂ ਰਾਮਦਾਸ ਮਹਾਰਾਜ। ਲਖੇ ਕੌਣ ਤਾਹੇ ਜੀਓ, ਤੇ ਆਪ ਜੀ ਦੇ ਸਵਰੂਪ ਨੂੰ ਪੂਰਨ ਤੌਰ 'ਤੇ ਕੌਣ ਜਾਣ ਸਕਦਾ ਹੈ? ਕੋਈ ਵੀ ਸੱਚੇ ਪਾਤਸ਼ਾਹ ਜੀ ਨਹੀਂ ਜਾਣ ਸਕਦਾ। ਸਤ ਸਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਓ। ਸਤ ਸਾਚ ਆਪ ਜੀ ਸਤ ਸਵਰੂਪ ਹੋ, ਸਦਾ ਰਹਿਣ ਵਾਲੇ ਹੋ। ਸ੍ਰੀ ਨਿਵਾਸ, ਸ੍ਰੀ ਸ਼ੋਭਾ ਨੂੰ ਨਿਵਾਸ ਦੇਣ ਵਾਲੇ ਹੋ, ਟਿਕਾਣਾ ਦੇਣ ਵਾਲੇ ਹੋ। ਅਥਵਾ ਸ੍ਰੀ ਲక్ష్ਮੀ ਨੂੰ ਆਪਣੇ ਚਰਨਾਂ ਵਿਖੇ ਆਪ ਜੀ ਨਿਵਾਸ ਦੇਣ ਵਾਲੇ ਹੋ। ਆਦਿ ਪੁਰਖ ਪਰਮਾਤਮਾ ਦਾ ਸਵਰੂਪ ਹੋ ਧੰਨ ਗੁਰੂ ਰਾਮਦਾਸ ਸਦਾ ਹੀ ਤੁਸੀਂ। ਵਾਹਿਗੁਰੂ 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 ਵਾਹਿ ਜੀਓ। ਆਪ ਜੀ ਦਾ ਬਖਸ਼ਿਆ ਹੋਇਆ ਵਾਹਿਗੁਰੂ ਗੁਰਮੰਤਰ ਪਹਿਲਾਂ ਵੀ ਅਸਚਰਜ ਰੂਪ ਸੀ, ਹੁਣ ਵੀ ਆਪ ਜੀ ਦਾ ਬਖਸ਼ਿਆ ਵਾਹਿਗੁਰੂ ਗੁਰਮੰਤਰ ਅਸਚਰਜ ਰੂਪ ਹੈ, ਅੱਗੇ ਵੀ ਅਸਚਰਜ ਰੂਪ ਹੋਵੇਗਾ। ਪ੍ਰੀਤ ਬਸਨ ਕੁੰਦ ਦਸਨ ਰਹਿ ਸਹਿਤ ਕੰਠ ਮਾਲ। ਪੀਤ ਬਸਨ, ਪ੍ਰੀਤ ਨੇ ਪੀਤ, ਪੀਤ ਤੋਂ ਭਾਵ ਪੀਲਾ। ਸ੍ਰੀ ਕ੍ਰਿਸ਼ਨ ਜੀ ਪੀਲੇ ਬਸਤਰ ਪਾਉਂਦੇ ਹੁੰਦੇ ਸਨ, ਪੀਲੇ ਰੰਗ ਦੇ। ਪੀਤ ਬਸਨ, ਸੱਚੇ ਪਾਤਸ਼ਾਹ ਆਪ ਹੀ ਪੀਲੇ ਬਸਤਰਾਂ ਵਾਲੇ ਕ੍ਰਿਸ਼ਨ ਰੂਪ ਹੋ। ਕੁੰਦ ਦਸਨ, ਆਪ ਜੀ ਦੇ ਦਸਨ ਮਰਦਬਾਨ ਦੇ ਫੁੱਲ ਵਰਗੇ ਚਿੱਟੇ ਨੇ, ਸ਼ੋਭਾ ਵਾਲੇ। ਪ੍ਰਿਆ ਸਹਿਤ ਕੰਠ ਮਾਲ, ਫਿਰ ਆਪ ਹੀ ਪਿਆਰੀ ਰਾਧਿਕਾ ਦੇ ਸਮੇਤ ਹੋ। ਕੰਠ ਮਾਲ, ਤੁਹਾਡੇ ਗਲੇ ਦੇ ਵਿੱਚ ਬਜੰਤੀ ਮਾਲਾ ਸ਼ੋਭਦੀ ਹੈ। ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਆਪ ਜੀ ਦੇ ਸੀਸ ਦੇ ਉੱਤੇ ਮੋਰਾਂ ਦੇ ਖੰਭਾਂ ਦਾ ਮੁਕਟ ਸ਼ੋਭਾ ਪਾਉਂਦਾ ਹੈ। ਭੱਟ ਗਿਆੰਦ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਹਨ। ਆਪ ਪਾਰ ਬ੍ਰਹਮ ਪਰਮੇਸ਼ਰ ਸਵਰੂਪ ਹੋ ਤੇ ਸਾਰਿਆਂ ਦੇ ਵਿੱਚ ਤੁਸੀਂ ਹੀ ਹੋ। ਸਾਰੇ ਰੂਪ ਧੰਨ ਗੁਰੂ ਰਾਮਦਾਸ ਮਹਾਰਾਜ ਤੁਹਾਡੇ ਹੀ ਨੇ, ਤੁਹਾਡੇ ਤੋਂ ਬਿਨਾਂ ਤੇ ਕੁਛ ਹੈ ਹੀ ਨਹੀਂ। ਗੁਰੂ ਰਾਮਦਾਸ ਜੀ ਨੂੰ ਲਾਂਭੇ ਕਰ ਲਓ, ਫਿਰ ਦੁਨੀਆ ਦੀ ਹੋਂਦ ਹੀ ਨਹੀਂ ਰਹਿ ਜਾਂਦੀ, ਕੁਛ ਵੀ ਨਹੀਂ ਰਹਿ ਜਾਂਦਾ। ਸਭ ਕੁਝ ਤੁਸੀਂ ਹੋ ਮਹਾਰਾਜ ਸੱਚੇ ਪਾਤਸ਼ਾਹ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ। ਮੁਕਟ ਸੀਸ ਮੋਰ ਪੰਖ ਚਾਹੇ ਜੀਓ। ਔਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੀਸ ਦੇ ਉੱਤੇ ਮੁਕਟ ਹੈ। ਮੁਕਟ ਉਹ ਕਿਹੜਾ? ਮੋਰ ਦੇ ਖੰਭਾਂ ਦਾ। ਆਪ ਜੀ ਬੜੀ ਚਾਹਨਾ ਦੇ ਨਾਲ ਮੋਰਾਂ ਦੇ ਖੰਭਾਂ ਦਾ ਬਣਿਆ ਹੋਇਆ ਮੁਕਟ ਸੀਸ 'ਤੇ ਧਾਰਦੇ ਹੋ, ਪਹਿਨਦੇ ਹੋ। ਬੇਵਜ਼ੀਰ ਵੱਡੇ ਧੀਰ ਧਰਮ ਅੰਗ ਅਲਖ ਗਮ। ਬੇਵਜ਼ੀਰ, ਆਪ ਜੀ ਵਜ਼ੀਰ ਤੋਂ ਬਿਨਾਂ, ਸਲਾਹਕਾਰ ਤੋਂ ਬਿਨਾਂ ਹੋ। ਪਰਮਾਤਮਾ ਨੂੰ ਤਾਂ ਕਿਸੇ ਸਲਾਹਕਾਰ ਦੀ ਲੋੜ ਹੀ ਨਹੀਂ ਹੁੰਦੀ। ਬਾਣੀ ਵਿੱਚ ਅਸੀਂ ਸਤਿਗੁਰੂ ਦੇ ਬਚਨ ਪੜ੍ਹਦੇ ਹਾਂ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਉਹ ਕਿਸੇ ਦੂਜੇ ਨੂੰ ਪੁੱਛ ਕੇ ਸਲਾਹ ਮਸ਼ਵਰਾ ਨਹੀਂ ਕਰਦਾ ਵਾਹਿਗੁਰੂ ਪਰਮਾਤਮਾ। ਸੋ ਬੇਵਜ਼ੀਰ, ਨਿਰਗੁਣ ਸਰੂਪ ਹੋਣ ਕਰਕੇ ਆਪ ਜੀ ਵਜ਼ੀਰ ਤੋਂ, ਸਲਾਹਕਾਰ ਤੋਂ ਰਹਿਤ ਹੋ। ਵੱਡੇ ਧੀਰ, ਸੱਚੇ ਪਾਤਸ਼ਾਹ ਆਪ ਜੀ ਵੱਡੇ ਧੀਰਜ ਧਾਰੀ ਹੋ। ਤੁਹਾਡੇ ਵਰਗਾ ਧੀਰਜ ਨਹੀਂ ਕਿਸੇ ਕੋਲ। ਧਰਮ ਅੰਗ, ਆਪ ਜੀ ਧਰਮ ਦੇ ਅੰਗ ਚਿੰਨ੍ਹਾਂ ਵਾਲੇ ਹੋ, ਅਥਵਾ ਆਪ ਜੀ ਧਰਮ ਦਾ ਅੰਗ ਪੱਖ ਕਰਨ ਵਾਲੇ ਹੋ। ਜਿਹੜੇ ਧਰਮੀ ਬੰਦੇ ਆ ਨਾ, ਧਰਮ ਕਮਾਉਣ ਵਾਲੇ, ਸੇਵਾ ਸਿਮਰਨ ਬੰਦਗੀ ਕਰਨ ਵਾਲੇ, ਆਪ ਜੀ ਉਹਨਾਂ ਦਾ ਪੱਖ ਕਰਦੇ ਹੋ, ਉਹਨਾਂ ਦੀ ਮਦਦ ਕਰਦੇ ਹੋ। ਅਲਖ ਅਗਮ, ਜਾਣਨ ਤੋਂ ਰਹਿਤ ਹੋ
ਤੇ ਅਗਮ ਅਪਹੁੰਚ ਸਰੂਪ ਹੈ ਤੁਹਾਡਾ ਸੱਚੇ ਪਾਤਸ਼ਾਹ ਜੀ। ਅਥਵਾ ਅਗਮ ਤੋਂ ਭਾਵ ਆਪ ਗਮ ਖੌਫ ਤੋਂ ਬਿਨਾ ਹੋ। ਖੇਲ ਕੀਆ ਆਪਣੇ ਉਸ਼ਾਹੇ ਜੀਓ। ਸੱਚੇ ਪਾਤਸ਼ਾਹ ਇਹ ਸਾਰਾ ਖੇਡ ਤੁਸੀਂ ਆਪਣੀ ਮਰਜ਼ੀ ਦੇ ਨਾਲ, ਚਾਹਨਾ ਦੇ ਨਾਲ, ਉਤਸ਼ਾਹ ਦੇ ਨਾਲ ਕੀਤਾ ਹੈ। ਖੇਲ ਕੀਆ ਆਪਣੇ ਉਸ਼ਾਹੇ ਜੀਓ। ਆ ਜਗਤ ਦੀ ਖੇਡ, ਸੰਸਾਰ ਦੀ ਖੇਡ, ਜੀਵਾਂ ਨੂੰ ਰਚਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਸੰਸਾਰ ਦੇ ਭਲੇ ਲਈ, ਭਗਤਾਂ ਦੀ ਰੱਖਿਆ ਲਈ ਵੱਖ ਵੱਖ ਸਰੀਰ ਧਾਰ ਕੇ ਆਏ। ਆਪ ਸੁਤੰਤਰ ਹੋ। ਆਪਣੀ ਸਵੈ ਇੱਛਾ ਦੇ ਅਨੁਸਾਰ ਇਹ ਸਾਰਾ ਖੇਡ ਤੁਸੀਂ ਹੀ ਕੀਤਾ ਹੈ। ਕਥ ਕਥਾ ਕਥੀ ਨਾ ਜਾਏ। ਸੱਚੇ ਪਾਤਸ਼ਾਹ ਮਹਾਰਾਜ ਤੁਹਾਡੀ ਜਿਹੜੀ ਕਥਾ ਹੈ ਅਕਥ ਹੈ। ਅਕਥ ਭਾਵ ਬਿਆਨ ਨਹੀਂ ਕੀਤੀ ਜਾ ਸਕਦੀ। ਪੂਰਨ ਤੌਰ 'ਤੇ ਤੁਹਾਡੀ ਕਥਾ ਨੂੰ ਕੋਈ ਵੀ ਕਥਨ ਨਹੀਂ ਕਰ ਸਕਦਾ। ਤੀਨ ਲੋਕ ਰਹਾ ਸਮਾਏ। ਆਪ ਜੀ ਮਹਾਰਾਜ ਤਿੰਨਾਂ ਲੋਕਾਂ ਦੇ ਵਿੱਚ ਸਮਾ ਰਹੇ ਹੋ। ਤਿੰਨਾਂ ਲੋਕਾਂ ਵਿੱਚ ਤੁਸੀਂ ਵਸਦੇ ਹੋ। ਸਤਹੁ ਸਿਧ ਰੂਪ ਧਰਿਓ ਸਾਹਨ ਕੇ ਸਾਹੇ ਜੀਓ। ਸੁਤਹਿ ਸਿੱਧ ਰੂਪ ਧਰਿਓ ਸਾਹਨ ਕੈ ਸਾਹੇ ਜੀਓ। ਹੇ ਪਾਤਸ਼ਾਹਾਂ ਦੇ ਪਾਤਸ਼ਾਹ ਜੀ, ਆਪ ਜੀ ਨੇ ਸੁਤੇ ਸਿੱਧ ਹੀ ਇਹ ਰੂਪ ਧਾਰਿਆ ਹੈ। ਜਿੰਨੇ ਵੀ ਰੂਪ ਧਾਰੇ ਨੇ ਸੁਤੇ ਸਿੱਧ ਆਪਣੀ ਮਰਜ਼ੀ ਦੇ ਮੁਤਾਬਕ ਧਾਰਨ ਕੀਤੇ ਐ ਸੰਸਾਰ ਦੇ ਭਲੇ ਲਈ। ਸਤ ਸਤ ਸ੍ਰੀ ਨਿਵਾਸ ਆਦ ਪੁਰਖ ਸਦਾ ਤੋਹੇ। ਵਾਹਿਗੁਰੂ 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 ਵਾਹਿ ਜੀਓ। ਸੱਚੇ ਪਾਤਸ਼ਾਹ ਆਪ ਜੀ ਸਤ ਸਵਰੂਪ ਹੋ। ਸਦਾ ਹੀ ਆਪ ਕਾਇਮ ਰਹਿਣ ਵਾਲੇ ਹੋ। ਮਾਇਆ ਦਾ ਤੁਹਾਡੇ ਚਰਨਾਂ ਵਿੱਚ ਵਾਸਾ ਹੈ। ਸ੍ਰੀ ਨਿਵਾਸ, ਸ੍ਰੀ ਜੋ ਲక్ష్ਮੀ ਹੈ ਉਹ ਤੁਹਾਡੇ ਚਰਨਾਂ ਵਿੱਚ ਵਸਦੀ ਹੈ। ਆਦਿ ਪੁਰਖ ਪਰਮਾਤਮਾ ਦਾ ਤੁਸੀਂ ਸਵਰੂਪ ਹੋ ਸਦਾ ਹੀ। ਵਾਹਿਗੁਰੂ 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 ਵਾਹਿ ਜੀਓ। ਆਪ ਜੀ ਦਾ ਬਖਸ਼ਿਆ ਹੋਇਆ ਵਾਹਿਗੁਰੂ ਗੁਰਮੰਤਰ ਪਹਿਲਾਂ ਵੀ ਧੰਨ ਸੀ, ਹੁਣ ਵੀ ਧੰਨ ਹੈ, ਅੱਗੇ ਵੀ ਧੰਨ ਹੋਵੇਗਾ। ਪਹਿਲਾਂ ਵੀ ਅਸਚਰਜ ਸੀ, ਹੁਣ ਵੀ ਅਸਚਰਜ ਹੈ ਤੇ ਅੱਗੇ ਵੀ ਵਿਸਮਾਦ ਰੂਪ ਹੋਵੇਗਾ। ਸਤਿਗੁਰੂ 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 ਗੋਬਿੰਦ ਜੀਓ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਤੀਸਰਾ ਸਤਿਗੁਰ, ਪਹਿਲੇ ਸਤਿਗੁਰੂ। ਸੋ ਭੱਟ ਗੇਂਦ ਜੀ ਕਥਨ ਕਰਦੇ ਐ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਹਿਲਾਂ ਵੀ ਗੋਬਿੰਦ ਪਰਮਾਤਮਾ ਦਾ ਸਵਰੂਪ ਸਨ, ਹੁਣ ਵੀ ਵਾਹਿਗੁਰੂ ਪਰਮਾਤਮਾ ਗੋਬਿੰਦ ਦਾ ਸਵਰੂਪ ਹਨ ਤੇ ਅੱਗੇ ਵੀ ਗੋਬਿੰਦ ਦਾ ਹੀ ਸਵਰੂਪ ਹੋਣਗੇ। ਗੋਬਿੰਦ ਜੋ ਗੋ ਸਾਰੀ ਧਰਤੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਪਰਮਾਤਮਾ ਹੈ। ਆਪ ਪਹਿਲਾਂ ਵੀ ਉਸ ਦਾ ਸਵਰੂਪ ਸੀ, ਹੁਣ ਵੀ ਤੇ ਅੱਗੇ ਵੀ ਗੁਰੂ ਰਾਮਦਾਸ ਜੀ ਆਪ ਜੀ ਉਸੇ ਦਾ ਸਵਰੂਪ ਹੋਵੋਗੇ। ਬਲ ਸ਼ਰਨ ਸਬਲ ਮਰਨ ਭਗਤ ਫਰਨ ਕਾਨ ਕਾਲ। ਬਲ ਹੈ ਛਲਨ। ਸੱਚੇ ਪਾਤਸ਼ਾਹ ਆਪ ਹੀ ਰਾਜੇ ਬਲ ਨੂੰ ਛਲਣ ਵਾਲੇ ਹੋਏ ਹੋ। ਸਬਲ ਮਲਨ, ਜਿਹੜੇ ਸਹਿਤ ਬਲਦੇ ਹਨ ਉਹਨਾਂ ਨੂੰ ਆਪ ਮਲਣ ਵਾਲੇ ਹੋਏ ਹੋ। ਜਿਵੇਂ ਹਰਨਾਕਸ਼ ਭਗਤ ਪ੍ਰਹਿਲਾਦ ਨੂੰ ਦੁੱਖ ਦਿੰਦਾ ਸੀ, ਤੰਗ ਕਰਦਾ ਸੀ, ਉਸ ਬਲੀ ਨੂੰ ਮਲਣ ਵਾਲੇ ਤੁਸੀਂ ਹੀ ਹੋ। ਆਪ ਨੇ ਹੀ ਰਹਿਮਤ ਕੀਤੀ, ਉਹਦਾ ਨਾਸ਼ ਕੀਤਾ। ਬਲ ਹੈ ਛਲਨ, ਰਾਜੇ ਬਲ ਨੂੰ ਛਲਣ ਵਾਲੇ ਤੁਸੀਂ ਹੋ। ਸਹਿਤ ਬਲ ਦੇ ਜਿਹੜੇ ਵਿਕਾਰ ਨੇ, ਹੰਕਾਰ ਇਤਿਆਦਿ, ਕਾਮ ਕ੍ਰੋਧ ਲੋਭ ਮੋਹ, ਇਹਨਾਂ ਨੂੰ ਤੁਸੀਂ ਮਲਣ ਵਾਲੇ ਹੋ। ਭਗਤ ਫਲਨ, ਭਗਤੀ ਦਾ ਫਲ ਦੇਣ ਵਾਲੇ ਹੋ ਸੱਚੇ ਪਾਤਸ਼ਾਹ ਆਪ ਜੀ। ਕਾਨ ਕੁੰਵਰ, ਔਰ ਕ੍ਰਿਸ਼ਨ ਰੂਪ ਤੁਸੀਂ ਹੀ ਹੋ ਜੋ ਕੁਮਾਰ ਅਵਸਥਾ ਦੇ ਵਿੱਚ ਜਿਨ੍ਹਾਂ ਨੇ ਚੋਜ ਕੀਤੇ ਐ। ਨਹਿ ਲੰਕ ਬਜੀ ਡੰਕ ਚੜ ਦਾਲ ਗੁਰਵਿੰਦ ਜੀਓ। ਨੇਹ ਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ। ਨੇਹ ਕਲੰਕ ਜੋ ਹੋਣ ਵਾਲਾ ਨਿਹ ਕਲੰਕ ਅਵਤਾਰ ਹੈ, ਕਲਕੀ ਅਵਤਾਰ, ਉਹ ਆਪ ਹੀ ਹੋ ਜਿਹਦਾ ਡੰਕਾ ਸਾਰੇ ਜਹਾਨ ਵਿੱਚ ਵੱਜੇਗਾ। ਚੜੂ ਦਲ ਰਵਿੰਦ ਜੀਓ, ਜਿਸ ਦੇ ਨਾਲ ਰਵਿੰਦ ਰਵ ਇੰਦ ਸੂਰਜ ਤੇ ਚੰਦਰਮਾ ਸੈਨਾਪਤੀ ਬਣ ਕੇ ਸਾਰੀ ਫੌਜ ਜੀ ਦੇ ਨਾਲ ਚੜ੍ਹੇਗੀ। ਭਾਵ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ, ਚੰਦਰਮਾ ਚੜ੍ਹਨ ਤੋਂ ਲੈ ਕੇ ਅਸਤ ਹੋਣ ਤੱਕ ਜਿੰਨੀ ਵੀ ਇਹ ਸ੍ਰਿਸ਼ਟੀ ਹੈ ਸਾਰੀ ਫੌਜ ਜੀ ਦੇ ਨਾਲ ਚੜ੍ਹੇਗੀ। ਐਸਾ ਜਿਹੜਾ ਨਿਹ ਕਲੰਕ ਅਵਤਾਰ ਹੋਵੇਗਾ ਉਹ ਆਪ ਹੀ ਹੋ। ਅਥਵਾ
ਨਿਹ ਕਲੰਕ। ਸੱਚੇ ਪਾਤਸ਼ਾਹ ਜੀ ਆਪ ਜੀ ਕਲੰਕ ਤੋਂ ਬਿਨਾਂ ਹੋ, ਕੋਈ ਕਲੰਕ ਨਹੀਂ। ਔਰ ਵੱਜੀ ਡੰਕ, ਤੁਹਾਡੇ ਜਸ ਦਾ ਡੰਕਾ ਧਮਸਾ ਵੱਜ ਰਿਹਾ ਹੈ ਚਾਰੇ ਪਾਸੇ। ਚੜੂ ਦਲ ਰਵਿੰਦ ਜੀਓ। ਸੱਚੇ ਪਾਤਸ਼ਾਹ ਸਾਰੀ ਸ੍ਰਿਸ਼ਟੀ ਦੇ ਸ਼ੁਭ ਗੁਣ ਜਿਹੜੇ ਨੇ ਉਹ ਫੌਜ ਬਣ ਕੇ ਆਪ ਦੇ ਨਾਲ ਚੜ੍ਹੇ ਹੋਏ ਹਨ। ਰਾਮ ਰਮਨ ਦੁਰਤ ਦਮਨ ਸਕਲ ਭਵਨ ਕੁਸ਼ਲ ਕਰਨ। ਰਾਮ ਰਵਣ, ਸੱਚੇ ਪਾਤਸ਼ਾਹ ਆਪ ਰਮੇ ਹੋਏ ਪਰਮਾਤਮਾ, ਉਸ ਨੂੰ ਰਵਣ ਉਚਾਰਨ ਕਰਦੇ ਹੋ। ਰਾਮ ਜੋ ਜਪਣ ਯੋਗ ਹੈ। ਦੁਰਤ ਦਬਣ, ਪਾਪਾਂ ਨੂੰ ਤੁਸੀਂ ਖਤਮ ਕਰਨ ਵਾਲੇ, ਨਾਸ਼ ਕਰਨ ਵਾਲੇ ਹੋ। ਸਕਲ ਭਵਨ ਕੁਸ਼ਲ ਕਰਨ, ਸੇਵਕਾਂ ਦੇ ਸਾਰੇ ਘਰਾਂ ਦੇ ਵਿੱਚ ਆਪ ਜੀ ਸੁੱਖ ਕਰਨ ਵਾਲੇ ਹੋ। ਸੇਵਕਾਂ ਦੇ ਘਰ ਵਿੱਚ ਸੁੱਖ ਪੈਦਾ ਕਰਨ ਵਾਲੇ ਹੋ। ਸਰਬ ਭੂਤ ਆਪ ਹੀ ਦੇਵਾਦ ਦੇਵ। ਸਰਬ ਭੂਤ ਆਪ ਹੀ ਦੇਵਾਦ ਦੇਵ। ਸੱਚੇ ਪਾਤਸ਼ਾਹ ਦੇਵਤਿਆਂ ਦੇ ਅਧਿਪਤੀ ਦੇਵ ਆਪ ਹੋ, ਉਹਨਾਂ ਦੇ ਪੂਜਨੀਕ। ਦੇਵਾਦ ਦੇਵ, ਦੇਵਤਿਆਂ ਦੇ ਵੀ ਅਧਿਪਤੀ ਦੇਵਾਦ ਰੂਪ ਪਰਮਾਤਮਾ ਦਾ ਸਵਰੂਪ ਹੋ ਆਪ ਜੀ। ਔਰ ਸਾਰੇ ਹੀ ਭੂਤ, ਭੂਤੋਂ ਭਾਵ ਜਿੰਨੇ ਸਰੀਰ ਨੇ, ਸਾਰੇ ਸਰੀਰਾਂ ਦੇ ਵਿੱਚ ਤੁਸੀਂ ਹੀ ਵਸਦੇ ਹੋ। ਸਹਿਸ ਮੁਖ ਬਨੰਦ ਜੀਓ। ਜਿਸ ਆਪ ਜੀ ਦੀ ਉਸਤਤੀ ਵਡਿਆਈ ਨੂੰ ਫਨਿੰਦ ਜਿਹੜਾ ਸ਼ੇਸ਼ ਨਾਗ ਹੈ, ਸਹਿਸ ਮੁਖ, ਹਜ਼ਾਰ ਮੁਖ ਦੇ ਨਾਲ ਉਚਾਰਨ ਕਰਦਾ ਹੈ। ਜਨਮ ਕਰਮ ਮਚ ਕਛ ਹੋਆ ਬਾਰਹ। ਜਰਮ ਕਰਮ ਮੱਛ ਕੱਛ ਹੋ ਬਰਾਹ। ਆਪ ਨੇ ਹੀ ਮੱਛ ਰੂਪ ਦੇ ਵਿੱਚ ਜਨਮ ਲੈ ਕਰਕੇ ਕਰਮ ਕੀਤੇ। ਫਿਰ ਇਸੇ ਤਰ੍ਹਾਂ ਕੱਛ ਜਨਮ ਲੈ ਕਰਕੇ ਕਰਮ ਕੀਤੇ। ਜਰਮ ਦਾ ਆਖਰੀ ਅਰਥ ਜਨਮ। ਮੱਛ, ਕੱਛ ਤੇ ਬਰਾ ਇਹ ਅਵਤਾਰ ਹੋਏ ਹੈ ਖਾਲਸਾ ਜੀ। ਭੱਟ ਗਿਆਨਤ ਜੀ ਕਹਿੰਦੇ ਮਹਾਰਾਜ ਸਾਰੇ ਤੁਹਾਡੇ ਹੀ ਨੇ, ਸਾਰੇ ਰੂਪਾਂ ਵਿੱਚ ਤੁਸੀਂ ਹੀ ਹੋ, ਤੁਹਾਡੇ ਤੋਂ ਬਿਨਾਂ ਤਾਂ ਹੋਰ ਕੁਛ ਹੈ ਹੀ ਨਹੀਂ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਜਰਮ ਕਰਮ ਮੱਛ ਕੱਛ ਹੋ ਬਰਾਹ। ਮੱਛ ਰੂਪ ਵਿੱਚ ਜਨਮ ਲੈ ਕੇ ਕਰਮ ਕੀਤੇ। ਸੰਖਾਸੁਰ ਮਾਰੇ ਵੇਦ ਉਧਾਰੇ। ਬ੍ਰਹਮੇ ਨੂੰ ਹੰਕਾਰ ਹੋ ਗਿਆ ਸੀ। ਸੰਖਾਸੁਰ ਵੇਦਾਂ ਨੂੰ ਲੈ ਕੇ ਸਮੁੰਦਰ ਵਿੱਚ ਛੁਪ ਗਿਆ। ਫਿਰ ਮੱਛ ਅਵਤਾਰ ਧਾਰ ਕੇ ਉਸ ਸੰਖਾਸੁਰ ਦੈਤ ਨੂੰ ਮਾਰ ਕੇ ਤੇ ਵੇਦ ਬ੍ਰਹਮੇ ਨੂੰ ਲਿਆ ਕੇ ਦਿੱਤੇ ਸੀ। ਇਸੇ ਤਰ੍ਹਾਂ ਕੱਛ ਅਵਤਾਰ ਸਮੁੰਦਰ ਜਦੋਂ ਮੰਥਨ ਕੀਤਾ, ਉਦੋਂ ਵਿੰਧਿਆਚਲ ਪਰਬਤ ਜਿਹੜਾ ਉਹਦੀ ਮਧਾਣੀ ਪਾਈ, ਉਹਦੇ ਹੇਠਾਂ ਆਪਣੀ ਪਿੱਠ ਦਿੱਤੀ। ਉਹ ਪਹਾੜ ਜਿਹੜਾ ਸੀ ਉਹ ਟਿਕ ਗਿਆ। ਉਹ ਕੱਛ ਅਵਤਾਰ ਧਾਰ ਕੇ ਕਰਮ ਕੀਤੇ ਆਪ ਜੀ ਨੇ। ਹੋ ਬਰਾਹ, ਫਿਰ ਬਰਾਹ ਅਵਤਾਰ ਧਾਰ ਕੇ ਜਦੋਂ ਧਰਤੀ ਨੂੰ ਲੈ ਕਰਕੇ ਸਮੁੰਦਰ ਤੋਂ ਹੇਠਾਂ ਪਤਾਲ ਵਿੱਚ ਹਿਰਨ ਕਸ਼ਯਪ ਲੁਕ ਗਿਆ ਸੀ, ਫਿਰ ਬਰਾਹ ਅਵਤਾਰ ਧਾਰ ਕੇ ਆਪਣੇ ਹੁੱਡਾਂ ਦੇ ਨਾਲ ਪਹਾੜਾਂ ਨੂੰ ਤੋੜ ਕੇ ਤੇ ਇਹਦੇ ਨਾਲ ਜੰਗ ਕਰਕੇ ਧਰਤੀ ਨੂੰ ਬਚਾ ਕੇ ਲਿਆਂਦਾ ਸੀ। ਉਹ ਬਰਾਹ ਅਵਤਾਰ, ਉਹ ਵੀ ਆਪ ਹੋ। ਜਰਮ ਕਰਮ ਮੱਛ ਕੱਛ ਹੋ ਬਰਾਹ। ਮੱਛ ਜਨਮ ਦੇ ਵਿੱਚ ਕਰਮ ਕੀਤੇ। ਔਰ ਇਸੇ ਤਰ੍ਹਾਂ ਕੱਛ ਜਨਮ ਵਿੱਚ ਆਪ ਜੀ ਨੇ ਕਰਮ ਕੀਤੇ। ਹੋ ਬਰਾਹ, ਜਿਹੜਾ ਬਰਾਹ ਅਵਤਾਰ ਹੋਇਆ, ਧਰਤੀ ਦੀ ਰੱਖਿਆ ਕੀਤੀ। ਆਪ ਜੀ ਨੇ ਹੀ ਕਿਰਪਾ ਕੀਤੀ। ਜਮਨਾ ਕੈ ਕੂਲ ਖੇਲ ਖੇਲਿਓ ਜਨ ਗੇਂਦ ਜੀਓ। ਫਿਰ ਜਿਸ ਨੇ ਜਮਨਾ ਦੇ ਕੰਢੇ ਗੇਂਦ ਦੀ ਖੇਡ ਖੇਡੀ। ਜਮਨਾ ਕੈ ਕੂਲ ਖੇਲ ਖੇਲਿਓ ਜਿਨ ਗੇਂਦ ਜੀਓ। ਸ੍ਰੀ ਕ੍ਰਿਸ਼ਨ ਜੀ ਨੇ ਜਮਨਾ ਦੇ ਕੰਢੇ ਸੋ ਗੇਂਦ ਦੀ ਖੇਡ ਖੇਡੀ, ਉਹ ਵੀ ਆਪ ਰੂਪ ਹੋ। ਨਾਮ ਸਾਰੀਏ ਧਾਰ ਤਾਜ ਵਿਕਾਰ ਮਨ ਬੇਂਦ। ਸਤਿਗੁਰੂ 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 ਗੋਬਿੰਦ ਜੀਓ। ਨਾਮ ਸਾਰ ਹੀਏ ਧਾਰ ਤਜ ਵਿਕਾਰ ਮਨ ਗਯੰਦ। ਭੱਟ ਗਿਆਨਤ ਜੀ ਕਥਨ ਕਰਦੇ ਹੈ, ਇਹ ਮਨ ਵਿਕਾਰਾਂ ਨੂੰ ਛੱਡ ਕੇ ਸ੍ਰੇਸ਼ਟ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰ। ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਪਹਿਲਾਂ ਵੀ ਗੋਬਿੰਦ ਪਰਮਾਤਮਾ ਦਾ ਸਵਰੂਪ ਸਨ, ਹੁਣ ਵੀ ਗੋਬਿੰਦ ਪਰਮਾਤਮਾ ਦਾ ਸਵਰੂਪ ਹਨ।
ਔਰ ਅੱਗੇ ਵੀ ਗੋਬਿੰਦ ਪਰਮਾਤਮਾ ਦਾ ਸਵਰੂਪ ਹੋਣਗੇ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪਹਿਲਾਂ ਵੀ ਸਤ ਸਰੂਪ ਸਨ, ਹੁਣ ਵੀ ਗੁਰੂ ਰਾਮਦਾਸ ਜੀ ਸਤ ਸਰੂਪ ਹਨ, ਅੱਗੇ ਵੀ ਗੁਰੂ ਰਾਮਦਾਸ ਮਹਾਰਾਜ ਸਤ ਸਰੂਪ ਹੋਣਗੇ। ਇਹ ਜਿਹੜੇ ਬਾਣੀ ਵਿੱਚ ਸ਼ਬਦ ਵਰਤੇ ਜਾਂਦੇ ਹੈ ਵਾਰ-ਵਾਰ ਇਹ ਦ੍ਰਿੜਤਾ ਲਈ ਹੁੰਦੇ ਹੈ ਸਾਧ ਸੰਗਤ। ਜਿਵੇਂ 3 ਵਾਰਾਂ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਅਰਥ ਵੇਲੇ ਫਿਰ ਤਿੰਨਾਂ ਕਾਲਾਂ ਦਾ ਅਰਥ ਕੀਤਾ ਜਾਂਦਾ। ਪਹਿਲਾਂ ਵੀ ਕਿਉਂਕਿ ਇੱਕ ਭੂਤ ਕਾਲ ਜਿਹੜਾ ਲੰਘ ਚੁੱਕਿਆ ਹੈ, ਵਰਤਮਾਨ ਆ ਸਮਾਂ ਚੱਲਦਾ ਅਤੇ ਭਵਿੱਖ ਕਾਲ ਆਉਣ ਵਾਲਾ। ਤਿੰਨਾਂ ਹੀ ਸਮਿਆਂ ਦੇ ਵਿੱਚ ਗੁਰੂ ਰਾਮਦਾਸ ਜੀ ਤੁਸੀਂ ਸਤ ਸਵਰੂਪ ਹੋ। ਗੁਰ ਕਾ ਮਾਨ ਨਿਜ ਨਿਧਾਨ ਸਚ ਜਾਨ ਮੰਤਰ। ਸੱਚ ਜਾਨ ਮੰਤਰ ਇਹ ਹੈ। ਗੁਰ ਕਹਿਆ ਮਾਨ, ਗੁਰੂ ਦਾ ਕਿਹਾ ਹੋਇਆ ਐ ਮਨਾ ਤੂੰ ਬਚਨ ਮੰਨ। ਨਿਜ ਨਿਧਾਨ, ਇਹੀ ਤੇਰਾ ਨਿਜ ਆਪਣਾ ਖਜ਼ਾਨਾ ਹੈ। ਸੱਚ ਜਾਨ ਮੰਤਰ ਇਹ ਹੈ, ਅਤੇ ਇਹੀ ਮੰਤਰ ਸੱਚਾ ਜਾਣ। ਤੇਰੇ ਭਲੇ ਲਈ ਗੁਰੂ ਨੇ ਜੋ ਬਚਨ ਕੀਤਾ ਹੈ ਉਸ ਬਚਨ ਨੂੰ ਹਿਰਦੇ ਵਿੱਚ ਧਾਰ ਕੇ ਮੰਨਣਾ ਕਰ, ਇਹੀ ਸਭ ਤੋਂ ਸੱਚਾ ਮੰਤਰ ਹੈ। ਨਿਸਬਾਸਰ ਹੋਏ ਕਲਾਨ ਲਹਿ ਪਰਮ ਗਤ ਜੀਓ। ਇਸ ਨੂੰ ਬੋਲਣਾ ਕਲਿਆਣ। ਇਹਦੇ ਥੱਲੇ ਜਿਹੜਾ ਨਾ ਲੱਲੇ ਅੱਖਰ ਦੇ ਉਹ ਯਈਆ ਹੈ, ਇਹ ਲੱਲੇ ਨੂੰ ਸਿਹਾਰੀ ਐੜਾ ਲੱਗੇਗਾ, ਕੰਨਾ ਉਹ ਐੜੇ 'ਤੇ ਚਲਿਆ ਜਾਣਾ। ਜਿਹੜੇ ਬਾਣੀ ਪੜ੍ਹਦੇ ਹੈ ਉਹਨਾਂ ਦੀ ਗਿਆਤ ਵਾਸਤੇ ਹੈ। ਨਿਸਬਾਸਰ ਹੋਏ ਕਲਿਆਣ, ਵਾਹਿਗੁਰੂ ਦਾ ਨਾਮ ਜਪਣ ਕਰਕੇ, ਗੁਰੂ ਦਾ ਬਚਨ ਮੰਨਣ ਕਰਕੇ ਦਿਨ ਰਾਤ ਤੂੰ ਕਲਿਆਣ ਨੂੰ ਪ੍ਰਾਪਤ ਹੋਵੇਂਗਾ। ਮਤਲਬ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇਗੀ। ਲਹਿ ਪਰਮਗਤ ਜੀਓ, ਅਤੇ ਸਭ ਤੋਂ ਉੱਚੀ ਆਤਮਿਕ ਅਵਸਥਾ ਨੂੰ ਤੂੰ ਪ੍ਰਾਪਤ ਕਰ ਲਵੇਂਗਾ, ਅਥਵਾ ਵੱਡੀ ਜੋ ਕੇਵਲ ਮੁਕਤੀ ਹੈ ਉਸ ਨੂੰ ਪ੍ਰਾਪਤ ਕਰ ਲਵੇਂਗਾ। ਕਾਮ ਕ੍ਰੋਧ ਲੋਭ ਮੋਹ ਜਾਨ ਜਨ ਸੋ ਮੰਤਰ। ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਉ ਛਾੜ ਤੋ। ਇਹ ਮਨਾ ਕਾਮ ਕ੍ਰੋਧ ਲੋਭ ਮੋਹ ਇਹਨਾਂ ਨੂੰ ਛੱਡ ਦੇ, ਅਤੇ ਜਨ ਜਨ ਸਿਉ ਛਾੜ ਧੋ। ਧੋ ਦਾ ਅਰਥ ਹੁੰਦਾ ਧੋਖਾ ਕਰਨਾ। ਜਿਹੜਾ ਜਣੇ ਖਣੇ ਨਾਲ ਤੂੰ ਧੋਖਾ ਕਰਦਾ ਨਾ, ਉਹਨੂੰ ਵੀ ਲੁੱਟ ਲਿਆ, ਉਹਨੂੰ ਵੀ ਲੁੱਟ ਲਿਆ, ਧੋਖਾ ਕਰ ਲਿਆ, ਠੱਗੀਆਂ ਕਰ ਲਈਆਂ, ਇਹ ਕੰਮ ਛੱਡ ਦੇਣਾ ਕਰ। ਤੋ ਹਮ ਕਾ ਬੰਦ ਕਾਟ ਸਾਧ ਸੰਗ ਰਤ ਜੀਓ। ਧੋ ਤੇ ਵਿਸ਼ਰਾਮ, ਉਹਦਾ ਅਰਥ ਹੋ ਗਿਆ ਜਨ ਜਨ ਸਿਉ ਛਾੜ ਧੋ, ਇੱਥੇ ਰੁਕਣਾ। ਫਿਰ ਅੱਗੇ ਹਉਮੈ ਕਾ ਫੰਦ ਕਾਟ, ਅਤੇ ਹਉਮੈ ਦੀ ਫਾਹੀ ਕੱਟ ਦੇ। ਜਿਹੜੀ ਹਉਮੈ ਦੀ ਫਾਹੀ ਹੈ ਨਾ ਤੇਰੇ ਗਲ ਵਿੱਚ, ਇਹ ਖਤਮ ਕਰ ਦੇ, ਇਹਨੂੰ ਕੱਟ ਦੇ ਹਉਮੈ ਦੀ ਫਾਹੀ ਨੂੰ। ਹਉਮੈ ਕਾ ਫੰਦ ਕਾਟ ਸਾਧ ਸੰਗ ਰਤ ਜੀਓ, ਅਤੇ ਗੁਰੂ ਕੀ ਸਾਧ ਸੰਗਤ ਦੇ ਨਾਲ ਰਤ ਪ੍ਰੇਮ ਕਰ। ਗੁਰੂ ਦੇ ਨਾਲ ਸਤ ਸੰਗਤ ਦੇ ਨਾਲ ਪ੍ਰੀਤ ਕਰਿਆ ਕਰ। ਦੇਹ ਗੇਹੁ ਤ੍ਰੈ ਸੁਨੇਹੁ ਚਿਤ ਬਿਲਾਸ। ਜਗਤ ਇਹੋ, ਇੱਥੇ ਰੁਕਣਾ। ਦੇਹ ਗੇਹੁ ਤ੍ਰੇ ਸਨੇਹੁ ਚਿਤ ਬਿਲਾਸ ਜਗਤ ਇਹੋ। ਦੇਹ ਦਾ ਅਰਥ ਹੈ ਆ ਸਰੀਰ। ਜਗਤ ਦੇ ਵਿੱਚ ਆ ਸਰੀਰ, ਗੇਹੋ ਘਰ, ਤ੍ਰੇ ਸਨੇਹੋ, ਤ੍ਰੇ ਇਸਤਰੀ ਦਾ ਸਨੇਹ ਜਿਹੜਾ ਪਿਆਰ ਹੈ, ਇਹ ਤਾਂ ਚਿੱਤ ਬਿਲਾਸ ਮਨ ਦਾ ਪਰਚਾਵਾ ਹੈ ਸੰਸਾਰ ਵਿੱਚ। ਚਰਨ ਕਮਲ ਸਾੜ ਸਿਓ ਦ੍ਰਿੜਤਾ ਕਰ ਮਤ ਜੀਓ। ਚਰਨ ਕਮਲ ਸਦਾ ਸੇਓ, ਐ ਮਨਾ ਤੂੰ ਸਦਾ ਹੀ ਗੁਰੂ ਦੇ ਚਰਨਾਂ ਕਮਲਾਂ ਦੀ ਸੇਵਾ ਕਰਿਆ ਕਰ। ਦ੍ਰਿੜਤਾ ਕਰ ਮਤ ਜੀਓ, ਅਤੇ ਆਪਣੀ ਮਤ ਨੂੰ ਦ੍ਰਿੜਤਾ ਦੇ ਵਿੱਚ ਲਿਆ ਕਰਕੇ ਮਤ ਨੂੰ ਦ੍ਰਿੜ ਕਰ ਲੈ। ਮੈਂ ਗੁਰੂ ਦਾ ਬਖਸ਼ਿਆ ਨਾਮ ਜਪਣਾ ਹੀ ਜਪਣਾ, ਸੇਵਾ ਕਰਨੀ ਹੀ ਕਰਨੀ। ਇਹ ਨਹੀਂ 4 ਕੁ ਦਿਨ ਸਿਮਰਨ ਕੀਤਾ ਫਿਰ ਹਟ ਗਏ। ਦ੍ਰਿੜ ਇਰਾਦੇ ਦੇ ਨਾਲ, ਸੋ ਦ੍ਰਿੜਤਾ ਕਰ ਮਤ ਜੀਓ, ਮਤ ਨੂੰ ਦ੍ਰਿੜਤਾ ਦੇ ਵਿੱਚ ਲਿਆ ਕਰਕੇ ਸਿਮਰਨ ਕਰ। ਨਾਮ ਸਾਰੀਏ ਧਾਰ ਤਰਜ ਕਰ ਮਨ ਗੇਂਦ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਭੱਟ ਗਿਆਨੰਦ ਜੀ ਕਥਨ ਕਰਦੇ ਨੇ, ਐ ਮੇਰੇ ਮਨ ਤਜ ਵਿਕਾਰ, ਵਿਕਾਰਾਂ ਨੂੰ ਛੱਡ ਦੇ। ਨਾਮ ਸਾਰ, ਪਰਮਾਤਮਾ ਦਾ ਸ੍ਰੇਸ਼ਟ ਨਾਮ, ਹੀਏ ਧਾਰ, ਉਸ ਨੂੰ ਹਿਰਦੇ ਵਿੱਚ ਧਾਰਨ ਕਰ ਲੈ। ਵਿਕਾਰ ਛੱਡ ਕੇ, ਬੁਰਾਈਆਂ ਛੱਡ ਕੇ ਵਾਹਿਗੁਰੂ ਦੇ ਸ੍ਰੇਸ਼ਟ ਪਵਿੱਤਰ ਨਾਮ ਨੂੰ ਹਿਰਦੇ ਵਿੱਚ ਟਿਕਾ ਲੈ। ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਸ੍ਰੀ ਗੁਰੂ ਮਹਾਰਾਜ ਜੀ, ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਸਤ ਸਵਰੂਪ ਸਨ,
ਹੁਣ ਵੀ ਗੁਰੂ ਰਾਮਦਾਸ ਮਹਾਰਾਜ ਜੀ ਸਤ ਸਵਰੂਪ ਹਨ, ਅੱਗੇ ਵੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਤ ਸਵਰੂਪ ਹੋਣਗੇ। ਸੋ ਇਸ ਪ੍ਰਕਾਰ ਭੱਟ ਗਿਆੰਦ ਜੀ ਸਾਧ ਸੰਗਤ ਸਤਿਗੁਰੂ ਦੀ ਸਿਫਤ ਕਰਦੇ, ਮਹਾਰਾਜ ਸਾਰੇ ਪਾਸੇ ਤੁਸੀਂ ਹੋ। ਜਿਹੜਾ ਅਸੀਂ ਪਿੱਛੇ ਸਰਵਣ ਕੀਤਾ, ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ, ਗੱਲ ਭਾਵੇਂ ਉੱਥੇ ਕ੍ਰਿਸ਼ਨ ਜੀ ਦੀ ਉਹ ਸਰੂਪ, ਉਹ ਵੀ ਤੁਹਾਡਾ ਹੀ ਸਰੂਪ ਹੈ। ਤੁਹਾਡੇ ਤੋਂ ਬਿਨਾਂ ਤਾਂ ਕੁਛ ਹੈ ਹੀ ਨਹੀਂ। ਤੁਹਾਨੂੰ ਲਾਂਭੇ ਕਰ ਲਿਆ ਤੇ ਦੁਨੀਆ ਹੀ ਖਤਮ। ਜਿਵੇਂ ਸਰੀਰ ਦੇ ਵਿੱਚੋਂ ਆਤਮਾ ਕੱਢਦੀ ਤੇ ਫਿਰ ਕੀ ਹੈ? ਮਿੱਟੀ ਹੈ। ਮਹਾਰਾਜ ਜੇ ਤੁਸੀਂ ਹੀ ਨਿਕਲ ਗਏ, ਤੁਸੀਂ ਹੀ ਲਾਂਭੇ ਹੋ ਗਏ ਤੇ ਸਭ ਕੁਝ ਮਿੱਟੀ ਹੀ ਮਿੱਟੀ ਹੈ, ਕੁਛ ਵੀ ਨਹੀਂ। ਸਭ ਤੁਸੀਂ ਹੀ ਤੁਸੀਂ ਹੋ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਮਿਹਰਾਮਤ ਕਰਨ। ਸੋ ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਬਖਸ਼ਨ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਾਮ ਸਾਰੀਏ ਧਾਰ ਕਰ ਵਿਕਾਰ ਮਨ ਗਿਆਨ, ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।